अच्छा लाला जी, जब आप प्रैक्टिकल लाइफ में आए, मुझे इस बात का यकीन है कि आपने भरपूर अपना बचपन और आपने नौमरी या नौजवानी जो है मैं बड़ा उसको enjoy- पूरा इंजॉय किया है। बिल्कुल जी। फिर जब आप प्रैक्टिकल लाइफ में आए, अमली ਜ਼ਿੰਦਗੀ 'ਚ ਆਏ ਤੇ ਕਿੱਥੋਂ ਆਪਣੀ ਅਮਲੀ ਜ਼ਿੰਦਗੀ ਦਾ ਆਗਾਜ਼ ਕੀਤਾ? ਤਾਰਕ ਸਾਹਿਬ ਐਕਚੁਅਲੀ ਅਸੀਂ ਕਿਉਂਕਿ ਸੈਂਟ ਪਾਲ ਤੋਂ ਬਾਅਦ ਕਿਦੋਂ ਸੈਂਟ ਫਰਾਂਸਿਸ ਕਨਾਉਨੇ ਸਾਂ ਅਤੇ ਉਸ ਤੋਂ ਬਾਅਦ ਉਹਦਾ ਨਾਂ ਕੀ ਹੈ ਸਾਡੇ ਦੋਸਤ ਕਿੰਨੇ ਸੀ ਉਦੋਂ ਵਾਲਵੋ ਗੱਡੀ ਚੱਲਦੀ ਸੀ ਨਾ, ਹਾਂਜੀ ਵਾਲਵੋ ਹੁੰਦੀ ਸੀ ਅਤੇ ਉਹਦੇ 'ਚ ਕਿਹੜੇ ਹਾਲਾਤ ਅਸੀਂ ਵੇਖਦੇ ਸਾਂ ਨਾ, ਫਿਰ ਉਦੋਂ ਹੀ ਤਮਾਮ ਦੋਸਤਾਂ ਦੇ ਨਾਲ ਗਰੁੱਪ ਬਣਾ ਲਏ ਕਿ ਅਸੀਂ ਹੈ ਸਾਰਾ ਨੈਕਲਸ ਗਰੁੱਪ ਬਣਾ ਛੱਡਿਆ ਜੀ ਕਿ ਅਸੀਂ ਕ੍ਰਿਸਚਨ ਦੀ ਔਰ ਆਪਣੇ ਕਿਹੜੇ ਸਟੂਡੈਂਟਸ ਨੇ ਜਾਂ ਸਾਡੀਆਂ ਕਿਹੜੀਆਂ ਲੜਕੀਆਂ ਪੜ੍ਹਦੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਕੋਰ ਕਰਨਾ, ਔਰ ਸਾਰਾ ਐਸੇ ਤਰ੍ਹਾਂ ਚੱਲਦਾ ਰਿਹਾ। ਔਰ ਫਿਰ ਕਿਉਂਕਿ ਚਰਚ ਜਿਹੜਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸਾਨੂੰ ਸੰਡੇ ਸਕੂਲ ਦੇ ਅਸੀਂ ਬੜੇ ਪੱਕੇ ਸਾਂ। ਓਕੇ ਬੈਤਨੀਆਂ ਨਾਲ ਬੜਾ ਇੱਕ ਰਿਲੇਸ਼ਨ ਸੀ, ਭਾਈ ਬਖਸ਼ ਸਿੰਘ ਔਰ ਆਂਟੀ ਆਵਰ, ਇਹ ਫਿਰ ਉਹਦਾ ਨਾਂ ਕੀ ਹੈ, ਬੈਤਨੀਆਂ ਦੀ ਬੜੀ ਸਟਰੋਂਗ ਤਾਲੀਮ ਸੀ ਸਾਡੀ। ਔਰ ਕਿਉਂਕਿ ਵਾਲਦਾ ਬਹੁਤ ਇੱਕ ਸਪਿਰਚੁਅਲੀ ਬਦ ਖੈਰ ਤਾਸ਼-ਤੂਸ਼ ਖੇਡਦਾ ਸੀ, ਲੇਕਿਨ ਵਾਲਦਾ ਸਾਡੀ ਬਹੁਤ ਸਪਿਰਚੁਅਲੀ ਵੂਮਨ ਸੀ, ਮਜ਼ਬੂਤ ਸਨ। ਉਹਨਾਂ ਫਿਰ ਸਾਡੀ ਉਹਦਾ ਨਾਂ ਕੀ ਬੜਾ ਬਾਕੀ ਚੀਜ਼ਾਂ ਤਾਂ ਚੱਲਦੀਆਂ ਰਹੀਆਂ, ਲੇਕਿਨ ਇਹ ਕੰਮ ਬੜਾ ਸਟਰੋਂਗ ਸੀ ਮਜ਼ਬੀ ਸਾਡਾ ਨਾ। ਆਮੀਨ। ਕਿਉਂਕਿ ਅਸੀਂ ਵਿਚਕਾਰ ਫਸੇ ਸਾਂ। ਇੱਧਰ ਮੇਰੇ ਤਾਇਆ ਜੀ, ਤਾਇਆ ਪੌਲ ਸਨ ਜਿਹੜੇ, ਉਹ ਬੜਾ ਖੁਦਾਪ੍ਰਸਤ ਬੰਦਾ ਸੀ। ਚੌਧਰੀ ਬਾਜਾ ਫਿਰ ਤੁਹਾਨੂੰ ਪਤਾ ਦੂਜੇ ਮਾਮਲਾਤ ਵੀ ਕਰਦੇ ਸਨ ਅਤੇ ਉਹ ਵਿੱਚ, ਲੇਕਿਨ ਉਹਦਾ ਨਾਂ ਕਿ ਸਾਡੇ ਤਾਇਆ ਜੀ ਦਾ ਬੜਾ ਕੰਟਰੀਬਿਊਸ਼ਨ ਸੀ ਪੂਰੇ ਖਾਨਦਾਨ ਦੀ, ਅਤੇ ਬੜਾ ਅੱਛਾ ਰਿਹਾ ਸਿਲਸਿਲਾ ਸਾਡਾ। ਆਮੀਨ। ਕੋਈ ਜੌਬ ਜਾਂ ਕਾਰੋਬਾਰ ਸ਼ੁਰੂ ਕੀਤਾ? ਜੀ ਬਿਲਕੁਲ, ਉਹਦਾ ਨਾਂ ਕੀ ਹੈ, ਕਿਦੋਂ ਮੇਰੇ ਵਾਲਦ ਸਾਹਿਬ ਨੇ ਕਿਉਂਕਿ ਡਿਸਾਈਡ ਕੀਤਾ ਸ਼ਾਦੀ ਮੇਰੀ ਸ਼ਾਦੀ ਹੋਈ 1994 'ਚ। ਇਹ ਵੀ लाला बड़ा तगड़ा वाकया शादी का भी। हाँ जी बिल्कुल। नाज़रीन, आप इंजॉय करेंगे ये जो शादी वाला वाकया ना, ये बहुत तगड़ा वाकया है। लाला जी आपको सुनाएंगे। आपने इनके काम सुप्रीम कोर्ट में चीफ जस्टिस के साथ, होम सेक्रेटरी, चीफ सेक्रेटरी, बड़े बड़े लोग, लेकिन आपने लाला जी की ये बातें जो हैं यकीनन नहीं सुनी होंगी। मेरा ख्याल है कि जो बड़े दोस्त हैं उन्होंने भी नहीं सुनी होंगी, लेकिन चूँकि मैं फैमिली का हिस्सा और मैं छोटा भाई बेटों की तरह, तो मेरे साथ बहुत ज़्यादा किस्से जो हैं, और हमें बहुत ज़्यादा मौका भी मिला इकट्ठे रहने का, तो हमने बहुत ज़्यादा जो है वो इस तरह की, जिसमें मैं चाहता हूँ कि आप भी इन बातों से लुत्फ़अंदोज़ भी और सीखें भी। ये इनमें जहाँ पर लुत्फ़अंदोज़ होने का आपके लिए मौका है, वहाँ पे सीखने का मौका भी है कि ज़िंदगी जो है वो कांटों का फूलों की सेज नहीं है। ज़िंदगी को गुजारने के लिए बहुत से चैलेंजेस जो हैं उनका भी सामना करना पड़ता है। जी लाला जी। ਵਾਲਦ ਸਾਹਿਬ ਨੇ ਸ਼ਾਦੀ ਦਾ ਡਿਸਾਈਡ ਕਰ ਦਿੱਤਾ, ਔਰ ਕਿੱਦਣ ਨਿਕਾਹ ਸੀ ਅੰਦਾਜ਼ਾ ਲਗਾ ਲਓ, ਉਦੋਂ 5 ਫਰਵਰੀ ਸੀ। ਉਹ ਰੈਲੀਆਂ ਸਨ, ਯੋਮ ਕਸ਼ਮੀਰ। ਉਦੋਂ ਹੁਣ ਤਾਂ ਉਹ ਘੱਟ ਹੈ, ਲੇਕਿਨ ਉਦੋਂ ਜ਼ਿਆਦਾ ਹੁੰਦਾ ਸੀ। ਔਰ ਟਾਊਨਸ਼ਿਪ 'ਚ ਚਰਚ ਨਿਕਾਹ ਸੀ, ਉਹ ਕੋਈ ਗੱਡੀ ਨਾ ਮਿਲੇ। ਖੈਰ ਉਹ ਰੋਕ ਕੇ ਪਿਕਅਪ ਉੱਥੇ ਗਿਆ, ਨਿਕਾਹ ਨਕੂ ਹੋਇਆ, ਸਾਰਾ ਕੁਛ ਹੋ ਗਿਆ। ਅਤੇ 11 ਨੂੰ ਉਹਦਾ ਨਾਂ ਕੀ ਹੈ ਬਰਾਤ ਲੈ ਕੇ ਜਾਣੀ ਸੀ। ਤੋ ਕਦੋਂ ਮਹਿੰਦੀ ਹੋਈ ਅਤੇ ਉਹ ਮੇਰੀ ਕਿਹੜੀ ਨਾਨੀ ਸੱਸ ਸੀ, ਉਹ ਕਹਿੰਦੀ ਹਰ ਵਾਰੀ ਤੁਸੀਂ ਲੇਟ ਆਉਂਦੇ ਜੇ, ਅਗਰ ਸੁਬਾਹ ਤੁਸੀਂ 11 ਵਜੇ ਨਾ ਪਹੁੰਚੇ ਅਤੇ ਵੇਖ ਲਿਆ ਜੰਝ। ਮੈਂ ਨਹੀਂ, ਕੋਈ ਨਹੀਂ ਜੀ, ਕੁਛ ਨਹੀਂ ਹੁੰਦਾ, ਪਹੁੰਚ ਜਾਵਾਂਗੇ। ਮੈਨੂੰ ਇਹ ਗੱਲ ਦੀ ਖਾਰ ਹੈ ਸੀ ਥੋੜ੍ਹੀ ਜਿਹੀ ਕਿ ਯਾਰ ਸਾਡੇ ਪ੍ਰਾਹੁਣੇ ਬੈਠੇ ਨੇ ਅਤੇ ਇਹਨਾਂ 'ਤੇ ਸਾਨੂੰ ਇਹ ਗੱਲਾਂ ਸੁਣਾ ਦਿੱਤੀਆਂ। ਖੈਰ ਉਹਦਾ ਨਾਂ ਕੀ ਹੈ, ਕਦੀ ਵੀਡੀਓ ਹੋਏ ਤਾਂ ਉਹ ਵੀ ਦਿਖਾ ਦਾਂਗੇ। ਹੁਣ ਉਹ 10 ਵਜੇ ਮੈਂ ਤਿਆਰੀ ਸ਼ਿਆਰੀ ਕਰਕੇ ਨਾ ਅਤੇ ਕੰਮ ਸ਼ੁਰੂ ਕਰ ਦਿੱਤਾ। ਹੁਣ ਸਾਰੇ ਹਾਰ ਪਾ ਲਏ। ਭੈਣ ਮੇਰੀ ਕਹਿੰਦੀ ਬਾਸਕਟ, ਫਿਰ ਹਾਰ ਲਾ ਰਹੇ, ਫਿਰ ਬਾਸਕਟ ਪਾਈ ਜੀ। ਹੁਣ ਭੈਣਾਂ ਨੂੰ ਚਾਹ ਹੁੰਦਾ ਮੈਂ 5 ਕੱਪੜੇ ਲਿਆਂਦੀ ਹੈ ਅਤੇ ਉਹ ਸਾਰਾ ਮੈਂ ਵਾਹਾਂ ਮੈਂ ਭੈਣਾਂ 'ਤੇ ਚੜ੍ਹਨਾ। ਅਤੇ ਮੇਰਾ ਕਿਹੜਾ ਬਣਵਾਈ ਹੈ, ਉਹ ਬੜਾ ਸੀ ਕਿ ਵੱਡੀ ਗੱਡੀ ਲੈ ਕੇ ਜਾਣੀ ਹੈ। ਹੁਣ ਉਹ ਭਾਜੀ ਗੱਡੀਆਂ ਨੂੰ ਫੁੱਲ ਲਾਉਣ ਗਏ ਅਤੇ ਮੈਂ ਅੱਬਾ ਹੋ ਗਏ ਨਹੀਂ 10:30, ਅਤੇ ਮੈਂ ਚੱਲੇ ਤੁਸੀਂ ਆਉਂਦੇ ਰਹੇ ਅੱਜ। ਮੈਂ ਹਾਰਾ ਸਮੇਤ ਦੀ ਵਰਕਸ਼ਾਪ ਸਟਾਪ ਆਇਆ। ਮੈਂ ਉਦੋਂ ਟੈਕਸੀਆਂ ਚੱਲਦੀਆਂ ਪਿਛਲੀਆਂ, ਮੈਂ ਗੱਡੀ ਕਰਾਈ ਅਤੇ ਉਹ ਬਰਾਤ ਸਾਰੀ ਉਹ ਕਹਿਣ ਯਾਰ ਉਹ ਸਾਡੇ ਨਾਲ ਹੀ ਬਹਿ ਜਾ। ਮੈਂ ਹੀ ਚੁੱਪ ਕਰੋ ਤੁਸੀਂ, ਅੱਜ ਵੀ ਕਮਾਲ ਵੇਖੋ। ਮੈਂ ਨਿਕਾਹ 'ਤੇ ਹੋਇਆ ਐਡਾ ਕਿਹੜਾ ਮਸਲਾ ਹੈ।
ਉਹ ਜੀ ਤਾਰਕ ਸਾਹਿਬ ਗੱਡੀ ਰੋਕੀ, ਲਾੜਾ ਬੈਠਾ ਤੇ ਲਾੜਾ ਉੱਤੇ ਪਹੁੰਚ ਗਿਆ ਤੇ ਮੈਂ ਆਖਿਆ ਜੀ ਉਹ ਤੰਬੂ ਸ਼ੰਬੂ ਕਿੱਥੇ ਜੇ ਵੀ, ਉਹ ਵਾਲੀ ਤਿਆਰੀ ਕਰਨ ਡਿਆ ਸੀ ਤੇ ਲਾੜਾ ਜਾ ਕੇ ਉੱਤੇ ਬਹਿ ਗਿਆ। ਉਹ ਮੇਰਾ ਆਏ ਉਹਦੇ ਨਾਲ ਕੀ ਸਾਈ ਕਹਿੰਦੀ ਲਓ ਦੱਸੋ ਲਿਆਓ ਕੁਰਸੀ ਨੂੰ ਤੇ ਕਿਤੇ ਬਾਓ ਹੁਣ। ਮੈਂ ਲਿਆਓ ਹੁਣ ਤੰਬੂ ਵੀ ਅਸੀਂ ਲਵਾਈਏ। ਤੇ ਇਹ ਫਿਰ ਤਾਂ ਉਸ ਤੋਂ ਬਾਅਦ ਫਿਰ ਖੁਦਾ ਦਾ ਸ਼ੁਕਰ ਹੈ ਕਿ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ, ਲੇਕਿਨ ਫਿਰ ਮਿਹਨਤ ਬੜੀ ਕੀਤੀ, ਬਹੁਤ ਸਟਰਗਲ ਕੀਤੀ। ਬੇਸ਼ੱਕ ਪੈਕੇਜਿਸ 'ਚ ਯਾਨੀ ਕਿ ਕਿੱਥੇ ਮੇਰੀ ਡਿਊਟੀ ਸੀ ਬੀਟਰ ਹਾਊਸ 'ਚ, ਉੱਥੇ ਕੈਮੀਕਲ ਬਣਦਾ ਸੀ ਕਿੰਦੇ ਨਾਲ ਕਾਗਜ਼ ਬਣਦਾ ਹੈ। ਓਕੇ ਮੇਰੇ ਵਾਲਦ ਸਾਹਿਬ ਨੇ ਲਵਾਇਆ ਔਰ ਮੈਂ ਕੋਈ 6 ਕੁ ਮਹੀਨੇ ਉਹ ਜੌਬ ਕੀਤੀ, ਲੇਕਿਨ ਉਹ ਫਿਰ ਉਹਦਾ ਨਾਂ ਕੀ ਮੈਂ ਨਹੀਂ ਕਰ ਸਕਿਆ ਕਿਉਂਕਿ ਸਿਹਤ ਲਈ ਠੀਕ ਨਹੀਂ ਸੀ, ਕਿਉਂਕਿ ਇਹ ਲੰਮੀ ਡਿਟੇਲ ਹੈ। ਉਹ ਫਿਰ ਉਹਦਾ ਨਾਂ ਕੀ ਕਿਉਂਕਿ ਦੂਜਾ ਨੌਕਰੀ ਵਾਲਾ ਕੰਮ ਵੀ ਕੋਈ ਨਹੀਂ ਸੀ, ਨਸ਼ਾ ਦੂਜਾ ਸੀ ਹਾਂਜੀ ਵੈਲਫੇਅਰ ਵਾਲਾ। ਹਾਂਜੀ ਉਹ ਫਿਰ ਇਸ ਤਰ੍ਹਾਂ ਕਰ ਕਰਾ ਕੇ ਤਾਂ ਫਿਰ ਉਹਦਾ ਨਾਂ ਕੀ ਹੈ, ਮੇਰੇ ਵਾਲਦ ਸਾਹਿਬ ਨੇ ਕਿਹਾ ਕਿ ਨਹੀਂ ਇਹਨੇ ਕੁਛ ਨਹੀਂ ਕਰਨਾ, ਇਹਨੂੰ ਸਾਨੂੰ ਹੀ ਕਰਨਾ ਪੈਣਾ। ਮੈਂ ਜੀ ਯਾਰ ਕਰ ਲਓ, ਕਿਤੇ ਖੁਦਾ ਨੇ ਚਾਹਿਆ ਤੇ ਆਮੀਨ, ਕੁਛ ਨਾ ਕੁਛ ਤੁਹਾਡਾ ਨਾਂ ਨੂੰ ਕਰ ਦਾਂਗੇ ਕੁਛ ਨਾ। ਬੇਸ਼ੱਕ। ਤੇ ਕਿਉਂਕਿ ਫਿਰ ਪਾਦਰੀ ਇਸਕਲ ਸ਼ਰੋਜ਼ ਸਾਹਿਬ ਦਾ ਨਾਂ ਇੱਥੇ ਨਾ ਲਈਏ ਤੇ ਮੁਨਾਸਬ ਨਹੀਂ ਹੈ। ਉਹਨਾਂ ਦਾ ਪੂਰਾ ਬੈਕਅਪ ਸੀ। ਪਾਦਰੀ ਇਸਕਲ ਸ਼ਰੋਜ਼ ਸਾਹਿਬ ਨੇ ਬਹੁਤ ਸਾਡੇ ਨਾਲ ਤਾਮਨ ਕੀਤਾ ਔਰ ਸਾਡੇ ਨਾਲ ਬਲਕਿ ਈਵਨ ਕਿ ਤੁਹਾਨੂੰ ਦੱਸ ਹੋਏਗਾ ਕਿ ਪਾਦਰੀ ਇਸਕਲ ਸਾਹਿਬ ਨਾਲ ਅਸੀਂ ਕ੍ਰਿਕਟ ਟੂਰਨਾਮੈਂਟ ਖੇਡਨੇ ਹੁੰਦੇ ਸੀ। ਵਾਓ ਕੀ ਬਾਤ FGA ਗਰਾਊਂਡ 'ਚ ਟੂਰਨਾਮੈਂਟ ਹੋਣੇ ਔਰ ਉਹਨਾਂ ਨਾਲ ਅਸੀਂ ਖੇਲਣਾ, ਬੜਾ ਇੱਕ ਵਕਤ ਸੀ। ਉਹ ਸਾਰੀਆਂ ਚੀਜ਼ਾਂ ਹੋਈਆਂ, ਲੇਕਿਨ ਇਹ ਕਿਹੜਾ ਕੌਮ ਦਾ ਸੀ ਮਾਮਲਾਤ, ਕਿਉਂਕਿ ਪਹਿਲੇ ਸਾਨੂੰ ਜੇ ਸਾਲਕ ਸਾਹਿਬ ਉਹਨਾਂ ਦੇ ਬੈਨਰ ਪੋਸਟਰ ਪਿੱਛੇ ਬੇਸ਼ੱਕ। ਕਿਉਂਕਿ ਉਸ ਵਕਤ ਲੀਡਰ ਸਨ। ਉਸ ਤੋਂ ਬਾਅਦ ਫਿਰ ਤਾਰਿਕ ਗਿੱਲ ਕਿਹੜੇ ਜਲੂਸ ਔਰ ਆਪਣਾ ਬਿਸ਼ਪ ਸਾਹਿਬ ਦੀ ਕਿਹੜੀ ਸ਼ਹਾਦਤ ਹੋ ਗਈ। ਹਾਂਜੀ ਬਿਸ਼ਪ ਜਾਨ ਜਾਨ ਜੋਸਫ ਜੋਸਫ ਸਾਹਿਬ ਦੀ ਹਾਂਜੀ। ਉਸ ਜਲੂਸ 'ਚ ਉਹਦਾ ਨਾਂ ਕੀ ਇਹ ਜਜ਼ਬਾ ਸਾਹਮਣੇ ਆਇਆ ਮਨੀਰ ਮਸੀਹ ਖੋਖਰ ਦਾ ਔਰ ਉਹਨਾਂ ਦੀ ਵਾਈਫ ਦਾ। ਉਹਨਾਂ ਬਹੁਤ ਮਾਰ ਖਾਧੀ ਸਾਡੀਆਂ ਨਜ਼ਰਾਂ ਦੇ ਸਾਹਮਣੇ। ਬੇਸ਼ੱਕ। ਤੇ ਇਹ ਚੀਜ਼ਾਂ ਵੇਖ ਕੇ ਫਿਰ ਬੜੀ ਉਹਦਾ ਨਾਂ ਕੀ ਪੁਖਤਾ ਹੋਏ ਅਸੀਂ। ਉਸ ਤੋਂ ਬਾਅਦ ਇੱਕ ਗ੍ਰੇਟ ਲੀਡਰ ਆਇਆ ਤੇ ਇਹ ਸਾਰੀਆਂ ਚੀਜ਼ਾਂ, ਲੇਕਿਨ ਨਾਲ ਅਸੀਂ ਬ੍ਰਾਈਟ ਫਿਊਚਰ ਸੁਸਾਇਟੀ ਕਿਹੜੀ ਹੈ ਨਾ ਉਹਨੂੰ ਬਹੁਤ ਉਤਲੇ ਲੈਵਲ ਤੇ ਸਟੈਬਲਿਸ਼ ਕੀਤਾ ਸੀ। ਬੇਸ਼ੱਕ। ਤਾਰਕ ਸਾਹਿਬ ਸ਼ੁਰੂ ਤੋਂ ਖੁਦਾ ਦਾ ਸ਼ੁਕਰ ਰਿਹਾ ਹੈ ਕਿ ਬੜੇ ਮੁਖਲਸ ਦੋਸਤ ਰਹੇ ਨੇ, ਬਲਕਿ ਅਸੀਂ ਲੋਕਾਂ ਨਾਲ ਬੜੇ ਮੁਖਲਸ ਰਹੇ ਹਾਂ। ਸੱਚ ਹੈ। ਠੀਕ ਹੈ ਜੀ। ਤੇ ਸ਼ੁਰੂ ਤੋਂ ਹੀ PC ਵਾਰੀ ਤੋਂ ਹੀ ਪ੍ਰੋਗਰਾਮ ਸ਼ੁਰੂ ਕੀਤੇ। ਆਮੀਨ। ਇਹ ਖੁਦਾ ਦੀ ਖਾਸ ਬਲੈਸਿੰਗ ਸੀ। PC ਵਾਰੀ ਤੋਂ ਹੀ ਪ੍ਰੋਗਰਾਮ ਸ਼ੁਰੂ ਕੀਤੇ। ਵੱਡੇ ਵੱਡੇ ਕਿਹੜੇ ਦੋਸਤ ਲੋਕ ਸਨ, ਉਹਦੇ 'ਚ ਮੈਨੂੰ ਅੱਜ ਵੀ ਯਾਦ ਹੈ ਜਨਰਲ ਪਰਵੇਜ਼ ਮੁਸ਼ਰਫ ਸਾਹਿਬ, ਮੁਹਤਰਮਾ ਬੇਨਜ਼ੀਰ, ਮੁਸਤਫਾ ਕਮਾਲ। ਬਲਕਿ ਮੈਨੂੰ ਹੈਰਾਨਗੀ ਹੋਈ, ਮੈਂ ਤਸਵੀਰ ਦੇਖੀ ਸਾਇਮਾ ਸਲੀਮ ਕਿਨੂੰ ਸਾਡੇ ਸਿਪਾ ਸਲਾਰ ਫੀਲਡ ਮਾਰਸ਼ਲ ਸਾਹਿਬ ਕੌਮੀ ਮੁਤਹਦਾ 'ਚ ਮਿਲ ਕੇ ਆਏ। ਉਹਨੂੰ ਪਹਿਲਾ ਕਦੋਂ ਉਹਨੇ ਆਪਣਾ CSS ਕੰਪਲੀਟ ਕੀਤਾ, ਸ਼ੀ ਇਜ਼ ਦਾ ਬਲਾਈਂਡ, ਉਹਨੂੰ ਪਹਿਲਾ ਕਿਹੜਾ ਕਾਇਦਾ ਦਾ ਅਵਾਰਡ ਸੀ ਉਹ ਅਸੀਂ ਦਿੱਤਾ ਸੀ। ਲਾਲਾ ਇਹ ਆਪਣਾ ਬਹੁਤ ਜ਼ਿਆਦਾ ਅਵਾਰਡਸ ਜਿਹੜੇ ਨੇ ਇਹ ਵੀ ਬ੍ਰਾਈਟ ਫਿਊਚਰ ਸੁਸਾਇਟੀ ਵੱਲੋਂ ਬਹੁਤ ਲੋਕਾਂ ਨੂੰ ਦਿੱਤੇ ਗਏ, ਉਹਨਾਂ ਦੀ ਖਿਦਮਾਤ ਨੂੰ ਮੱਦੇਨਜ਼ਰ ਰੱਖਦੇ ਹੋਏ। ਬਿਲਕੁਲ ਅਸੀਂ ਦਾਅਵੇਦਾਰ ਹਾਂ ਕਿ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਅਵਾਰਡ ਨੇ ਜਿਹੜੇ ਉਹ ਅਸੀਂ ਦਿੱਤੇ ਨੇ। ਈਵਨ ਕਿ ਤੁਹਾਨੂੰ ਯਾਦ ਹੋਏਗਾ ਲੈਫਟੀਨੈਂਟ ਯਾਸਰ ਅਬਾਸ ਸ਼ਹੀਦ ਆਏ ਸੀ ਉਹਨਾਂ ਨੂੰ। ਫਿਰ ਉਹਦਾ ਨਾਂ ਕੀ ਟੀਚਰਸ ਐਜੂਕੇਸ਼ਨ ਪੈਟਰੀਓਟਿਕ। ਫਿਰ ਉਹਨੂੰ ਤੁਹਾਨੂੰ ਪਤਾ ਕਿ ਹਾਈ ਲੈਵਲ ਦਾ ਅਵਾਰਡ ਜਿਹੜਾ ਜਸਟਿਸ AR ਕਰਲੀਨੀਅਸ ਤਸੱਦਕ ਹੁਸੈਨ ਜਲਾਨੀ ਸਾਹਿਬ। ਉਸ ਤੋਂ ਬਾਅਦ ਫਿਰ ਉਹਦਾ ਨਾਂ ਕੀ ਐਕਟਿੰਗ ਚੀਫ ਜਸਟਿਸ ਫੈਡਰਲ ਸ਼ਰੀਅਤ ਕੋਰਟ ਸੈਯਦ ਮੁਹੰਮਦ ਅਨਵਰ। ਤੇ ਇਸ ਲੈਵਲ 'ਤੇ ਫਿਰ ਖੁਦਾ ਨੇ ਬਲੈਸ ਕੀਤਾ ਔਰ ਸਾਰੀਆਂ ਚੀਜ਼ਾਂ। ਔਰ ਮੈਂ ਦੱਸਣਾ ਚਾਹੁੰਦਾ ਕਿ ਤਾਰਕ ਸਰਾਜ ਸਾਹਿਬ ਕਿਦੋਂ 2015 'ਚ ਸਾਰੀ ਮੂਵਮੈਂਟ ਹੋ ਰਹੀ ਸੀ ਔਰ ਫੋਰਮ ਦਾ ਇੱਕ ਡਿਵੈਲਪ ਅਸੀਂ ਕਰਨਾ ਸੀ ਤੇ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤਾਰਕ ਸਰਾਜ ਦਾ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਸਾਰੀ ਲੀਗਲ ਕਿਹੜੀ ਹੁੰਦਾ ਸੀ ਉਹਦੀਆਂ ਪਟੀਸ਼ਨਾਂ ਔਰ ਉਹ ਸਾਰਾ ਉਹਦਾ ਨਾਂ ਕਿ ਤਾਰਕ ਸਰਾਜ ਲਿਖਦਾ ਸੀ ਤੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। ਲੇਕਿਨ ਚੰਦ ਦੋਸਤ ਇਹ ਸਮਝਦੇ ਨੇ ਕਿ ਪਤਾ ਨਹੀਂ ਦੂਰੀਆਂ ਜਿਹੜੀਆਂ ਨੇ ਨਾ ਉਹ ਖਤਮ ਹੋ ਜਾਂਦੀਆਂ ਨੇ ਜਾਂ ਦੂਰੀਆਂ ਜਿਹੜੀਆਂ ਨੇ ਉਹ ਦੋਸਤੀਆਂ ਖਤਮ ਹੋ ਜਾਂਦੀਆਂ ਨੇ। ਉਹਦਾ ਹਰਕਤ ਮਕਸਦ ਨਹੀਂ ਹੁੰਦਾ। ਮਾਮਲਾਤ ਨੇ ਜਿਹੜੇ ਉਹ ਵੱਡੇ ਕਿਹੜੇ ਹੁੰਦੇ ਨੇ ਉਹ ਸਮਝਾਉਣ ਲਈ ਕੁਝ ਚੀਜ਼ਾਂ ਐਸੀਆਂ ਕਰ ਦਿੰਦੇ ਨੇ ਕਿ ਕੁਝ ਚੀਜ਼ਾਂ ਤੋਂ ਦੂਰ ਹੋ ਜਾਓ ਤਾਂ ਬੇਸ਼ੁਮਾਰ ਚੀਜ਼ਾਂ ਠੀਕ ਵਾਲੇ ਪਾਸੇ ਜਾਂਦੀਆਂ ਨੇ। ਤੇ ਤਾਰਕ ਸਾਹਿਬ ਦਾ ਕਿਉਂਕਿ ਬੜਾ ਇੱਕ ਰੋਲ ਰਿਹਾ ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਔਰ ਮੈਂ ਫਿਰ ਕਰਨਾ ਚਾਹੁੰਦਾ
ਕਿ ਮੈਨੂੰ ਅੱਜ ਵੀ ਯਾਦ ਹੈ, ਔਰ ਬਲਕਿ ਉਹ ਸਾਡੇ ਕਾਮਨ ਫਰੈਂਡ ਸਨ ਖਾਲਿਦ ਸ਼ਹਜ਼ਾਦ ਸਾਹਿਬ, ਉਹ ਅਕਸਰ ਕਹਿੰਦੇ ਨੇ ਕਿ ਪੈਸੇ ਅਸੀਂ ਦਿੱਤੇ। ਅਸੀਂ ਤੇ ਅੱਜ ਵੀ ਕਲੇਮ ਕਰਦੇ ਹਾਂ ਤਾਰਕ ਸਾਹਿਬ ਕਿ ਉਹ ਉਹਨਾਂ ਦੀ ਬਲਕਿ ਅਸੀਂ ਸਜ਼ਾ ਮੁਕੱਰਰ ਕੀਤੀ ਵੀ ਤੂੰ ਜਾਣਾ ਨਹੀਂ, ਕਿਉਂਕਿ ਉਹਨੇ ਕਮਿਟ ਕੀਤਾ ਸੀ ਕਿ ਮੈਂ ਜਾਵਾਂਗਾ ਨਾਲ। ਅਤੇ ਉਹਨਾਂ ਫਿਰ ਸਾਨੂੰ ਉਸ ਵਕਤ ਯਾਨੀ ਕਿ ਕਦੋਂ ਅਸੀਂ ਜਾਣਾ ਸੀ ਕੋਟਾ ਬਲੋਚਿਸਤਾਨ 2017 ਦੇ ਬਲਾਸਟ 'ਤੇ 4000 ਰੁਪਇਆ ਦਿੱਤਾ। ਔਰ ਗੱਲ ਪੈਸਿਆਂ ਦੀ ਨਹੀਂ ਸੀ, ਗੱਲ ਉਹਦੀ ਮੁਹੱਬਤ ਦੀ ਸੀ, ਔਰ ਉਹਦਾ ਕਿਹੜਾ ਯਾਨੀ ਕਿ ਹੈ ਸੀ ਕਿ ਨਹੀਂ ਯਾਰ ਮੈਂ ਨਹੀਂ ਜਾ ਸਕਦਾ ਲੇਕਿਨ ਤੁਸੀਂ ਜਾਓ। ਅਤੇ ਤਾਰਕ ਸਾਹਿਬ ਨੇ ਉਹ ਕੁਆਰ ਵਹਾਇਆ ਉੱਥੇ ਜਿਹੜਾ ਕਿ ਨਹੀਂ ਹੋ ਸਕਿਆ ਸੀ। ਲੇਕਿਨ ਮੈਨੂੰ ਅੱਜ ਵੀ ਮੈਂ ਅਕਸਰ ਫੋਰਮ 'ਤੇ ਕਹਿੰਦਾ ਵਾਂ ਕਿ ਮੈਨੂੰ ਬੜੀ ਤਕਲੀਫ ਹੋਈ ਕਦੋਂ ਤਾਰਕ ਉਸ ਗੱਡੀ ਤੋਂ ਉਤਰਿਆ ਕਿਹੜੀ ਸਦਾ ਬਾਹਰ ਜਾਂਦੀ ਹੈ, ਔਰ ਸਾਨੂੰ ਕੋਈ ਸੀਟਾਂ ਵੀ ਅੱਛੀਆਂ ਨਹੀਂ ਮਿਲੀਆਂ, ਬਲਕਿ ਰਾਸਤੇ 'ਚ ਸਾਨੂੰ ਵਿੱਚ ਬੈਠ ਕੇ ਜਾਣਾ ਪਿਆ ਸੈਂਟਰਲ ਵਾਲੀ ਜਗ੍ਹਾ 'ਤੇ, ਅਤੇ ਉਹਦੇ ਪੈਰ ਸੁੱਜੇ ਸਨ। ਅਤੇ ਮੈਂ ਉਹ ਲਮਹੇ ਵੀ ਯਾਦ ਕਰਨਾ ਵਾ। ਲੇਕਿਨ ਮੈਂ ਸਮਝਣਾ ਵਾ ਕਿ ਕੋਈ ਵੀ ਗੱਲ ਕਰ, ਤੁਸੀਂ ਸਾਡੇ ਦੋਸਤ ਹੋ, ਭਰਾ ਹੋ, ਅਸੀਂ ਇੱਕ ਦੂਜੇ ਨੂੰ ਸਮਝਦੇ, ਅਸੀਂ ਇੱਥੇ ਹੀ ਰਹੇ ਹਾਂ, ਅਸੀਂ ਇੱਕ ਦੂਜੇ ਦੀ ਕਪੈਸਿਟੀ, ਵੈਲਿਊਜ਼, ਖਾਨਦਾਨਾਂ ਨੂੰ ਸਮਝਦੇ ਹਾਂ, ਅਤੇ ਫਿਰ ਤਨਕੀਦਾਂ ਕੰਦੀਆਂ, ਠੀਕ ਹੈ ਜੀ, ਇੱਕ ਦੂਜੇ ਨੂੰ ਜਾਣਦੇ ਹਾਂ ਨਾ। ਅਤੇ ਮੈਨੂੰ ਅੱਜ ਵੀ ਉਹ ਗੱਲ ਯਾਦ ਹੈ ਕਿ ਮੇਰੀਆਂ ਅੱਖਾਂ 'ਚ ਆਂਸੂ ਆ ਗਏ ਕਦੋਂ ਦੇ ਮੈਂ ਪੈਰ ਦੇਖੇ। ਲੇਕਿਨ ਕੌਮ ਦਾ ਮੁਕੱਦਮਾ ਸੀ, ਔਰ ਖੁਦਾ ਦਾ ਸ਼ੁਕਰ ਹੈ ਕਿ ਉਸ ਤਰ੍ਹਾਂ ਦਾ ਕਿਸੇ ਦਾ ਸੋ ਮੋਟੋ ਹੋਇਆ, ਉਹ ਦਬੰਗ ਸੋ ਮੋਟੋ ਸੀ ਔਰ ਡਾਇਰੈਕਸ਼ਨ ਸੀ। ਔਰ 2 ਦਿਨ ਦੇ ਅੰਦਰ ਅੰਦਰ ਮੈਂ ਤੇ ਤਾਰਕ ਸਾਹਿਬ ਉੱਥੇ ਸਾਰਾ ਮਸਲਾ, ਪੈਸੇ, ਕੰਪਨਸੇਸ਼ਨ ਸਭ ਕੁਝ ਕਰਾ ਕੇ ਆਏ। ਔਰ ਵਾਪਸੀ ਤਾਂ ਇਹ ਨਹੀਂ ਹੈ ਕਿ ਸਾਨੂੰ ਬੜਾ ਵੀ ਉਹਦਾ ਨਾ ਕਿ ਪ੍ਰੋਟੋਕੋਲ ਦੇ ਕੇ ਕਰ ਦਿੱਤਾ, ਲੇਕਿਨ ਵਾਪਸੀ ਅਸੀਂ ਫਿਰ ਉਸ ਤਰ੍ਹਾਂ ਹੀ ਆਏ। ਅਤੇ ਇਹ ਬੜਾ ਵੱਡਾ ਕੰਟਰੀਬਿਊਸ਼ਨ ਹੈ ਉਹਦਾ ਨਾ ਕਿ ਇਸ ਚੀਜ਼ ਦਾ। ਔਰ ਮੈਂ ਇੱਕ ਹੋਰ ਐਪਰੀਸ਼ੀਏਟ ਕਰਨਾ ਵਾ, ਬਲਕਿ ਉੱਥੇ ਕਿਹੜਾ ਅਸੀਂ ਇਹ ਵੀ ਗੱਲ ਡਿਸਕਸ ਕੀਤੀ, ਉਹਦੇ 'ਚ ਹੀ ਡਾਇਰੈਕਸ਼ਨ ਲਈ ਕਿ ਸਾਨੂੰ ਮਸੀਹ ਲਿਖਿਆ ਔਰ ਪੜ੍ਹਿਆ ਜਾਏ ਨਾ। ਹਾਂਜੀ 11 ਮਈ 2018 ਦੀ ਜੱਜਮੈਂਟ ਹੈ ਸਾਕਮ ਨਿਸਾਰ ਸਾਹਿਬ ਨੇ ਕੋਟਾ ਬੰਬ ਬਲਾਸਟ 'ਚ ਕੋਟਾ ਰਜਿਸਟਰੀ 'ਚ ਦਿੱਤੀ ਸੀ। बिल्कुल इस तरह ही लाला जी एक शेर है कि किसी को यूं ही तो नहीं मिलता है ये मनसब इश्क, किसी को यूं ही तो नहीं मिलता है ये मनसब इश्क, सलीबोदार के भी मरहले ज़रूरी हैं। तो असी जो कुछ भी ਕੀਤਾ ਆਪਣੇ ਲੋਕਾਂ ਵਾਸਤੇ, ਆਪਣੀ ਕੌਮ ਵਾਸਤੇ। ਔਰ ਲਾਲਾ ਜੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਸੀਂ ਕੋਇਟੇ ਗਏ ਅਤੇ ਉੱਥੇ ਲੋਕ ਜ਼ਖਮੀ ਤਾਂ ਹੋਏ ਸਨ, ਲੇਕਿਨ ਉਹਨਾਂ ਦੇ ਮੈਡੀਕਲ ਨਸਨ ਬਣੇ ਹੋਏ, ਲੋਕ ਸ਼ਹੀਦ ਤੇ ਹੋਏ ਸਨ ਲੇਕਿਨ ਉਹਨਾਂ ਦੇ ਡੈਥ ਸਰਟੀਫਿਕੇਟ ਨਸਨ ਬਣੇ ਹੋਏ, ਜਾਂ ਉਹਨਾਂ ਨੂੰ ਉਸ ਸਾਨੇ ਦੇ ਵਿੱਚ ਜਿਹੜੀ ਸ਼ਹਾਦਤ ਹੋਈ ਸੀ ਉਹ ਡਿਕਲੇਅਰ ਨਹੀਂ ਸੀ ਕੀਤੀ ਗਈ। ਔਰ ਮੈਨੂੰ ਯਾਦ ਹੈ ਕਿ ਉਹਨਾਂ ਵਾਸਤੇ ਤੁਸੀਂ ਜਿਹੜੇ ਲੋਕ ਸ਼ਹੀਦ ਹੋਏ ਸਨ ਉਹਨਾਂ ਵਾਸਤੇ ਸ਼ਹਾਦਤ ਦਾ ਜਿਹੜਾ ਨਾ ਜੀ ਮਨਸਬ ਵੀ ਉਹਨਾਂ ਵਾਸਤੇ ਲੈ ਕੇ ਦਿੱਤਾ ਸੀ। ਬਿਲਕੁਲ ਤਾਰਕ ਸਾਹਿਬ, ਮੈਨੂੰ ਅੱਜ ਵੀ ਯਾਦ ਹੈ ਕਿਦੋਂ ਆਪਾਂ ਦੋਵੇਂ ਹੀ ਉਹਦਾ ਨਾਂ ਕਿ ਮੈਡੀਕਲ ਅਫੀਸਰ ਕੋਲ ਗਏ ਔਰ ਉੱਥੇ ਮੂੰਹ ਮਾਰੀ ਹੋਈ, ਔਰ ਤੁਸੀਂ ਕਿਹਾ ਜੀ ਸਮਝ ਲਓ ਅਦਾਲਤ ਇੱਥੇ ਹੀ ਹੈ। ਔਰ ਇਹ ਪਹਿਲੀ ਦਫਾ ਸੀ ਕਿ ਕਿਹੜਾ ਡਾਕਟਰ ਹੈ ਉਹ ਬਕਾਇਦਾ ਅਸੀਂ ਚਰਚ 'ਚ ਲੈ ਆਂਦਾ, ਔਰ ਕਿਹੜੀਆਂ MLC ਬਣਨੀਆਂ ਸੀ ਮੇਜਰ, ਔਰ ਬਾਕੀ ਕਿਹੜੀਆਂ ਚੀਜ਼ਾਂ ਮੈਡੀਕਲ ਉਹ ਚਰਚ 'ਚ ਯਾਨੀ ਕਿ ਫਿਰ ਆਏ। ਕੁਛ ਸਾਡੇ ਲੋਕਾਂ ਨੂੰ ਕਿਉਂਕਿ ਤਾਰਕ ਕਿਉਂਕਿ ਲਾ ਨੂੰ ਸਮਝਦੇ ਸੀ, ਇਹਨਾਂ ਕਿਹਾ ਕਿ ਨਹੀਂ ਇਹਨਾਂ ਦੇ ਸੈਕਸੈਸ਼ਨ ਸਰਟੀਫਿਕੇਟਸ ਬਣਾਉਣੇ ਪੈਣਗੇ, ਔਰ ਸਾਡੇ ਲੋਕਾਂ ਨੂੰ ਨਹੀਂ ਸੀ ਪਤਾ ਤਾਂ। ਔਰ ਤਾਰਕ ਸਾਹਿਬ ਨੇ ਫਿਰ ਉੱਥੇ ਬੜਾ ਹੁੰਦਾ ਨਾ ਕਿ ਇਹ ਕੰਮ ਕਰਕੇ ਸੈਕਸੈਸ਼ਨ ਸਰਟੀਫਿਕੇਟ ਬਣਾਏ ਲੋਕਾਂ ਦੇ, ਕਿਉਂਕਿ ਉਹਦੇ ਤੋਂ ਬਗੈਰ ਤਾਂ ਨਹੀਂ ਸੀ ਪੈਸੇ ਮਿਲ ਸਕਦੇ ਨਾ। ਕੱਲ੍ਹ ਨੂੰ ਕੋਈ ਫੈਮਿਲੀ ਕਲੇਮ ਕਰ ਦਿੰਦੀ ਤਾਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਔਰ ਸਾਨੂੰ ਪਤਾ ਲੱਗਾ ਕਿ ਇਹ ਚੀਜ਼ਾਂ ਨੇ। ਲੇਕਿਨ ਬਹੁਤ ਵੱਡਾ ਸੀ ਕਿ ਸਾਨਿਆ, ਲੇਕਿਨ ਉਹਦਾ ਨਾਂ ਕਿ ਖੁਦਾ ਦਾ ਸ਼ੁਕਰ ਹੈ ਕਿ ਉਹ ਅਸੀਂ ਉਹਦਾ ਨਾਂ ਕਿ ਫੌਰੀ ਤੌਰ 'ਤੇ ਚੈੱਕ ਵੀ ਜਾਰੀ ਕੀਤੇ ਔਰ ਚਰਚ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਹੋਈਆਂ। ਅਤੇ ਮੈਂ ਸਮਝਣਾ ਕਿ ਇੱਕ ਟੀਮ ਵਰਕ ਸੀ, ਔਰ ਲਾਹੌਰ ਤੋਂ ਸਪੈਸ਼ਲ ਕਿਹੜੀ ਟੀਮ ਗਈ, ਬਹੁਤ ਜ਼ਿਆਦਾ ਕੰਮ ਕੀਤਾ। ਲਾਲਾ ਜੀ ਮੈਂ ਸਮਝਦਾ ਵਾਂ ਕਿ ਅਗਰ ਅਸੀਂ ਇੱਥੇ ਬੂਟਾ ਇਮਤਿਆਜ਼ ਸਾਹਿਬ ਨੂੰ ਯਾਦ ਨਾ ਕਰੀਏ ਤੇ ਜ਼ਿਆਦਤੀ ਹੋਏਗੀ, ਕਿਉਂਕਿ ਬੂਟਾ ਸਾਹਿਬ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਸੀ, ਔਰ ਉਹਨਾਂ ਨੇ ਹਮੇਸ਼ਾ ਸਾਡੇ ਹੌਸਲੇ ਵੀ ਵਧਾਏ ਔਰ ਸਾਡੇ ਨਾਲ ਖੜੇ ਵੀ ਰਹੇ। ਅਤੇ ਮੈਂ ਸਮਝਾਂਗਾ ਕਿ ਤੁਸੀਂ ਬੂਟਾ ਇਮਤਿਆਜ਼ ਸਾਹਿਬ ਵਾਸਤੇ ਵੀ ਕੋਈ ਮੁਹੱਬਤ ਦਾ ਇਜ਼ਹਾਰ ਕਰੋ। ਜੀ, ਬੂਟਾ ਇਮਤਿਆਜ਼ ਸਾਹਿਬ ਕਿਉਂਕਿ ਇੰਪਲੀਮੈਂਟੇਸ਼ਨ ਮਿਨਾਰਟੀ ਰਾਈਟਸ ਦੇ ਫਾਊਂਡਰ ਮੈਂਬਰ ਨੇ ਔਰ ਮਰਕਜ਼ੀ ਸਦਰ ਨੇ,
ਔਰ ਇਹ ਨਾਮਜ਼ਦਗੀ ਕਿਹੜੀ ਹੈ ਤਾਰਕ ਸਰਾਜ ਸਾਹਿਬ ਨੇ ਉਹਨਾਂ ਲਈ ਕੀਤੀ, ਲੇਕਿਨ ਫੌਰੀ ਤੌਰ ਤੇ ਇੱਧਰੋਂ ਅਸੀਂ ਆਏ ਔਰ ਉੱਧਰੋਂ ਯਾਨੀ ਕਿ ਉਹ ਜੀ, ਕਰਾਚੀ ਤੋਂ, ਹੈਦਰਾਬਾਦ ਤੋਂ ਉਹ ਆਏ ਇੱਕ ਲੰਬਾ ਸਫ਼ਰ ਕਰਕੇ, ਔਰ ਅਸੀਂ ਯਾਨੀ ਕਿ 6-7 ਦਿਨ ਜਿਹੜੇ ਨੇ ਨਾ ਉਹ ਬੜੀ ਤਲਖ ਹਕੀਕਤ ਉੱਥੇ ਵੇਖੀ ਔਰ ਵਕਤ ਗੁਜ਼ਾਰਿਆ, ਜਦੋਂ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਸੀ, ਥ੍ਰੈਡ ਵੀ ਸੀ, ਔਰ ਕਿਉਂਕਿ ਸਮਝ ਨਹੀਂ ਸੀ ਆ ਰਹੀ ਕਿ ਕਿਹੜੀ ਜਮਾਤ ਨੇ ਕੀਤਾ ਔਰ ਕਿੰਨਾ ਨੇ ਜ਼ਿੰਮੇਦਾਰੀ ਲਈ ਹੈ। ਔਰ ਸੁਣਨ 'ਚ ਇਹ ਚੀਜ਼ਾਂ ਸਨ ਕਿ ਕਿਹੜਾ ਕੰਪਨਸੇਸ਼ਨ ਲਈ ਕੰਮ ਕਰਦਾ ਉਹਦੇ ਲਈ ਜ਼ਰਾ ਜ਼ਿਆਦਾ ਮੁਸ਼ਕਲਾਤਾਂ ਹੁੰਦੀਆਂ ਨੇ, ਔਰ ਸਮ ਟਾਈਮ ਸਾਨੂੰ ਉਹ ਨਜ਼ਰ ਵੀ ਆਈਆਂ ਕਿ ਸਾਡੇ ਲਈ ਉਹਦਾ ਨਾਂ ਕੀ ਮੁਸ਼ਕਲਾਤਾਂ ਪੈਦਾ ਕੀਤੀਆਂ ਗਈਆਂ, ਲੇਕਿਨ ਤਾਰਕ ਸਰਾਜ ਔਰ ਬੂਟਾ ਸਾਹਿਬ ਡਟੇ ਰਹੇ ਔਰ ਇਹਨਾਂ ਮੇਰਾ ਵੀ ਹੌਸਲਾ ਵਧਾ ਕੇ ਰੱਖਿਆ। ਬਲਕਿ ਮੈਂ ਸਮਝਣਾ ਵਾਂ ਕਿ ਉਸ ਸਾਨਿਆਂ ਦੇ ਇੱਕ ਸ਼ਹੀਦ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਨਾਂ ਨੂੰ ਬਕਾਇਦਾ ਤੌਰ 'ਤੇ ਉਸ ਵਕਤ ਦੇ ਚੀਫ ਆਫ ਆਰਮੀ ਸਟਾਫ ਨੇ ਬਕਾਇਦਾ ਕਿਹੜੀ ਸਰਮਨੀ ਹੁੰਦੀ ਹੈ GHQ 'ਚ, ਉੱਥੇ ਪੂਰੀ ਫੈਮਿਲੀ ਨੂੰ ਇਨਵਾਈਟ ਕੀਤਾ ਔਰ ਉਹਨਾਂ ਨੂੰ PC ਹੋਟਲ 'ਚ ਉਹਦਾ ਨਾਂ ਕੀ ਰਾਵਲਪਿੰਡੀ ਰੱਖਿਆ, ਔਰ ਇੱਕ ਮੈਮੋਰੀਅਲ ਅਵਾਰਡ ਜਿਹੜਾ ਔਰ ਕੈਸ਼ ਅਵਾਰਡ ਜਿਹੜਾ ਔਰ ਉਹ ਸ਼ਹੀਦਾਂ ਨੂੰ ਦਿੱਤਾ ਜਾਂਦਾ, ਔਰ ਭਰਪੂਰ ਉਹਨਾਂ ਦੀ ਖਿਦਮਤ ਦਾ ਇਤਰਾਫ ਕੀਤਾ ਚੀਫ ਆਫ ਆਰਮੀ ਸਟਾਫ ਨੇ, ਮਿਲਟਰੀ ਅਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ ਜੀ। ਲਾਲਾ ਜੀ, ਮੈਂ ਸਮਝਦਾ ਵਾਂ ਕਿ ਇਹ ਜਿਹੜਾ ਸਾਡੇ ਕ੍ਰਿਸਚਨ ਕਮਿਊਨਿਟੀ 'ਚ ਸ਼ਾਇਦ ਸ਼ਹੀਦ ਦਾ ਜਿਹੜਾ ਲਕਬ ਹੈ ਇਹ ਪਹਿਲੀ ਵਾਰੀ ਸ਼ਾਇਦ IMRF ਦੀ ਕੋਸ਼ਿਸ਼ ਜਾਂ ਸਟਰਗਲ ਦੀ ਵਜ੍ਹਾ ਨਾਲ ਜਿਹੜੇ ਕੋਇਟਾ ਦੇ ਸ਼ਹੀਦਾਂ ਸਨ ਉਹਨਾਂ ਵਾਸਤੇ ਇਸਤੇਮਾਲ ਕੀਤਾ ਗਿਆ। ਜੀ ਬਿਲਕੁਲ, ਕਿਉਂਕਿ ਦੇਖੋ ਹਾਲੀ ਵੀ ਤਾਰਕ ਸਾਹਿਬ ਮੁਸ਼ਕਲਾਤਾਂ ਤੇ ਹੈ ਨੇ। ਤੁਸੀਂ ਸਮਝਦੇ ਹੋ ਕਿ ਕਰਾਚੀ 'ਚ ਇੱਕ ਵਾਕਿਆ ਹੋਇਆ ਔਰ ਉਹਦੇ 'ਚ ਉਹਦਾ ਨਾਂ ਕੀ ਹੈ, ਹੈਡਲਾਈਨ ਚੱਲੀ ਕਿ ਇੰਨੇ ਮੁਸਲਿਮ ਸ਼ਹੀਦ ਹੋ ਗਏ ਔਰ ਇੱਕ ਕ੍ਰਿਸਚਨ ਮਾਰੇ ਗਏ। ਹਾਂਜੀ, ਉਹਦੇ 'ਚ ਉਹਦਾ ਨਾਂ ਕੀ ਹੈ, ਮੈਂ ਐਪਰੀਸ਼ੀਏਟ ਕਰਨਾ ਆਪਣੇ ਚੀਫ ਆਫ ਆਰਮੀ ਸਟਾਫ ਨੂੰ, ਆਪਣੇ ਫੀਲਡ ਮਾਰਸ਼ਲ ਸਾਹਿਬ ਨੂੰ। ਕभी ਫੌਜ ਨੇ ਕਦੀ ਵੀ ਇਹ ਗੱਲ ਨਹੀਂ ਸਾਡੇ, ਅਗਰ ਉਹਦਾ ਨਾਂ ਕੀ ਹੈ ਸਿਪਾਹੀ ਸ਼ਹੀਦ ਹੋਇਆ ਚਾਹੇ ਉਹ ਕ੍ਰਿਸਚਨ ਉਹ ਸ਼ਹੀਦ ਹੀ ਹੈ, ਈਵਨ ਕਿ ਉਹ ਕਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਬਕਾਇਦਾ ਤੌਰ ਤੇ ਪ੍ਰਾਈਮ ਮਿਨਿਸਟਰ, ਮਿਨਿਸਟਰ ਆਫ ਡਿਫੈਂਸ, ਇਨਫੋਰਮੇਸ਼ਨ ਮਿਨਿਸਟਰ ਔਰ ਚੀਫ ਆਫ ਆਰਮੀ ਸਟਾਫ ਖੁਦ ਉਹਨਾਂ ਦਾ ਜਨਾਜ਼ਾ ਯਾਨੀ ਕਿ ਚਰਚ ਉਹਨਾਂ ਨੇ ਅਟੈਂਡ ਕੀਤਾ ਔਰ ਚੁੱਕਿਆ ਵੀ, ਕੰਧਾ ਵੀ ਦਿੱਤਾ। ਇਹ ਇੱਕ ਹੈ। ਔਰ ਦੂਸਰੇ ਨੰਬਰ 'ਚ ਇੱਕ ਤੁਹਾਨੂੰ ਪਤਾ ਹੈ ਸਵੀਪਰ ਸੀ ਜਿਹੜਾ ਪੁਲਿਸ ਲਾਈਨ 'ਚ ਕਿਹੜਾ ਵਾਕਿਆ ਹੋਇਆ, ਔਰ ਥੈਂਕ ਗਾਡ ਕਿ ਉਹਨੂੰ ਇੱਕ ਪਾਕਿਸਤਾਨ ਦਾ ਆਲਾ ਤਰੀਨ ਅਵਾਰਡ ਹੈ ਜਿਹੜਾ ਉਹਦੇ ਨਾਲ ਨਵਾਜ਼ਿਆ ਗਿਆ, ਅਤੇ ਕਿਹੜੀ ਫੋਰਸ ਨੇ ਔਰ CM ਬਕਾਇਦਾ ਉੱਤੇ ਉਹਨਾਂ ਅਨਾਊਂਸ ਕੀਤਾ ਸ਼ਹੀਦਾਂ ਨੇ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਨਹੀਂ ਹੈ। ਲੇਕਿਨ ਤਾਰਕ ਕਿਹੜੀ ਬਦਕਿਸਮਤੀ ਹੈ, ਅਸੀਂ ਇੱਕ ਲੈਟਰ ਲਿਖਿਆ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ ਨੂੰ, ਉਹਨਾਂ ਬੜਾ ਅਜੀਬ ਹੀ ਹੈ ਸਾਨੂੰ ਉਹਨਾਂ ਨਾਲ ਕਿਹਾ ਕਿ ਇਹ ਨਹੀਂ ਹੋ ਸਕਦੇ, ਲੇਕਿਨ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਸ਼ਹੀਦ ਕਿਹੜਾ ਕਹਿਣਾ ਨਾ, ਉਹ ਕਹਿਣਾ ਮਸੀਹੀ ਸ਼ਹੀਦ। ਬਿਲਕੁਲ ਠੀਕ ਹੈ ਜੀ। ਅਤੇ ਕੰਟਰੋਵਰਸ਼ਲ ਅਤੇ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ ਚੀਜ਼ਾਂ ਰੱਖਦੀ ਹੈ, ਲੇਕਿਨ ਕਿਹੜੀ ਸਾਡੀ ਫੋਰਸ ਜਾਂ ਬਾਕੀ ਆਲਾ ਹਕਾਮ ਨੇ ਉਹ ਇਹਨਾਂ ਚੀਜ਼ਾਂ ਨੂੰ ਪਰਵਾਹ ਨਹੀਂ ਕਰਦੇ। ਲਾਲਾ ਜੀ, ਮੈਂ ਸਮਝਦਾ ਵਾਂ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਹਾਈ ਪ੍ਰੋਫਾਈਲਡ ਕੇਸਿਸ ਰਿਗਾਰਡਿੰਗ ਮਾਈਨੋਰਿਟੀਜ਼ ਔਰ ਬਿਲਖਸੂਸ ਕ੍ਰਿਸਚਨਸ, ਤਕਰੀਬਨ ਹਰ ਇੱਕ ਕੇਸ ਦੇ ਵਿੱਚ IMRF ਦਾ ਜਾਂ ਸੈਮੂਅਲ ਪਿਆਰਾ ਸਾਹਿਬ ਦਾ ਬੜਾ ਅਹਿਮ ਰੋਲ ਹੁੰਦਾ ਹੈ। ਖ਼ਾਸ ਤੌਰ 'ਤੇ ਜਿਹੜੇ ਸੋਮੋਟੋ ਲੈ ਜਾਂਦੇ ਨੇ ਉਹਨਾਂ ਵਾਸਤੇ ਤੁਹਾਡੀ ਜਿਹੜੀ ਸਟਰਗਲ ਹੈ ਜਾਂ ਜਿਹੜੀ ਤੁਹਾਡੀ ਕੋਸ਼ਿਸ਼ ਹੈ ਜਾਂ ਫਿਰ ਕੋਈ ਪਟੀਸ਼ਨ ਜਿਹੜੀ ਹੈ ਕਿਸੇ ਜਗ੍ਹਾ 'ਤੇ ਇਨਸਾਫ ਨਜ਼ਰ ਨਹੀਂ ਆ ਰਿਹਾ ਜਾਂ ਮੁਯੱਸਰ ਨਹੀਂ ਹੋ ਰਿਹਾ ਸਾਡੇ ਲੋਕਾਂ ਨੂੰ, ਅਤੇ ਤੁਸੀਂ ਹਮੇਸ਼ਾ ਜਾ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਅਤੇ ਉਹਦੇ ਬਾਅਦ ਫਿਰ ਇਨਸਾਫ ਮਿਲਣ ਦੀ ਜਿਹੜੀ ਇੱਕ ਉਮੀਦ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ। ਕਿੱਥੋਂ ਇੰਨਾ ਜ਼ਿਆਦਾ ਸਟੈਮਨਾ ਜਾਂ ਇੰਨਾ ਜ਼ਿਆਦਾ ਜਜ਼ਬਾ ਲੈ ਕੇ ਆਉਂਦੇ ਜੇ? ਤਾਰਕ ਸਾਹਿਬ ਐਕਚੁਅਲੀ ਤੇ ਲਾ ਨਾਲ ਕੋਈ ਐਡਾ ਕੋਈ ਤਲਕ ਨਹੀਂ ਸੀ ਔਰ ਨਾ ਹੀ ਇੰਨਾ ਐਕਸਪੀਰੀਅੰਸ ਸੀ, ਲੇਕਿਨ ਹਾਲਾਤ ਅਤੇ ਗੱਲਾਂ ਤੁਹਾਨੂੰ ਸਹਾ ਦਿੰਦੀਆਂ ਨੇ ਨਾ। ਬੇਸ਼ੱਕ ਤੁਹਾਨੂੰ ਪਤਾ ਹੈ ਕਿ ਕਦੋਂ ਉਹਦਾ ਨਾਂ ਕੀ ਹੈ ਵਾਕਿਆ ਹੋਇਆ ਮਰਦਾਨ ਚਰਚ ਦਾ, ਉਸ ਤੋਂ ਪਹਿਲੇ ਅਸੀਂ ਜ਼ਖਮੀ ਸਾਂ, ਜੋਜ਼ਫ ਕਨੂਨੀ ਦਾ ਵਾਕਿਆ ਹੋ ਗਿਆ ਸੀ। ਜੀ ਜੀ, ਠੀਕ ਹੈ ਜੀ। ਔਰ ਉਹਦੇ 'ਚ ਕਿਹੜੀ ਸਾਡੀ ਸਟਰਗਲ ਸੀ ਤਮਾਮ ਦੋਸਤਾਂ ਦੀ, ਉਹ ਬੜੀ
ਹੱਦ ਤੱਕ ਠੀਕ ਸੀ ਔਰ ਅਸੀਂ ਕਾਮਯਾਬ ਵੀ ਹੋ ਗਏ 150 ਬੰਦੇ 'ਚ ਪਰਚਾ ਦੇਣ 'ਤੇ। ਔਰ ਈਵਨ ਕਿ ਉਸ ਵਕਤ ਵੀ ਕਿਹੜੀ IB ਦੀ ਔਰ ਬਾਕੀ ਅਦਾਰਿਆਂ ਦੀ ਸਪੈਸ਼ਲ ਰਿਪੋਰਟ ਸੀ, ਉਹ ਤੁਹਾਨੂੰ ਪਤਾ ਕਿੰਨਾਂ ਦੇ ਖਿਲਾਫ ਸੀ, ਜੀ ਜੀ ਲੇਕਿਨ ਸੋਮੋਟੋ ਲਿਆ ਇਫਤਿਹਾਰ ਚੌਧਰੀ ਸਾਹਿਬ ਨੇ। ਲੇਕਿਨ ਸਾਡੇ ਇੱਕ ਦੋਸਤ ਬਿਸ਼ਪ ਨੇ ਉੱਤੇ ਜਾ ਕੇ ਗੱਲਾਂ ਕੀਤੀਆਂ। ਲੇਕਿਨ ਹਮੇਸ਼ਾ ਦੋਸਤ ਕਹਿੰਦੇ ਨੇ ਜੀ ਤੁਸੀਂ ਕੀ ਕਰਦੇ ਹੋ, ਕਿਸ ਤਰ੍ਹਾਂ। ਦੇਖੋ ਅਸੀਂ ਤਾਂ ਸਭ ਕੁਝ ਕਰਨੇ ਆ, ਲੇਕਿਨ ਕਿਦੋਂ ਦਾ ਨਾ ਕਿ ਇਹ ਚੀਜ਼ ਫਾਈਨਲ ਹੋਣ ਲੱਗਦੀ ਹੈ, ਬਦਕਿਸਮਤੀ ਮਦਈ ਸਟਾਮ ਦੇ ਦਿੰਦੇ ਨੇ। ਔਰ ਸਾਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਕੀ ਹੋਇਆ। ਚਲੋ ਉਦੋਂ ਤਾਂ ਇੰਨਾ ਐਕਸਪੀਰੀਅੰਸ ਨਹੀਂ ਸੀ, ਲੇਕਿਨ ਬਾਜਵਾ ਵਕੀਲ ਸੀ, ਉਹਨਾਂ ਨੇ ਸਾਡੇ ਬੰਦੇ ਮੈਨੇਜ ਕਰਕੇ ਤੇ ਸਾਰੀਆਂ ਚੀਜ਼ਾਂ ਹੋ ਗਈਆਂ। ਉਸ ਤੋਂ ਬਾਅਦ ਇੱਕ ਮਰਦਾਨ ਦਾ ਕਦੋਂ ਵਾਕਿਆ ਹੋਇਆ, ਉਹਨੇ ਬੜਾ ਦਿਲ ਬਹਿਲਾਇਆ। ਅੰਸਾਰ ਬਰਨੀ ਸਾਹਿਬ ਨੇ ਤੇ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਸਾਰੀਆਂ, ਉਸ ਤੋਂ ਬਾਅਦ ਤੁਹਾਨੂੰ ਪਤਾ ਇੱਕ ਖਤਰਨਾਕ ਤਰੀਨ ਕਿੰਨੇ ਹਿਲਾ ਕੇ ਰੱਖ ਦਿੱਤਾ, ਪਸ਼ਾਵਰ ਬੰਬ ਬਲਾਸਟ ਹੋਇਆ। ਉਹਨੇ ਤੇ ਇਹ ਜ਼ਿੰਦਗੀ ਟੋਟਲ ਚੇਂਜ ਕਰ ਛੱਡੀ। ਕਿਦੋਂ ਪਹੁੰਚੇ ਔਰ ਇਹਨਾਂ ਹੱਥਾਂ ਨਾਲ ਟੁਕੜੇ ਔਰ ਸਾਰੀਆਂ ਚੀਜ਼ਾਂ ਸਾਰਾ ਕੀਤਾ। ਤੇ ਉਸ ਵਕਤ ਦੇ ਕਿਹੜੇ ਹੀਰੋ ਸਨ ਜੋਜ਼ਫ ਫਰਾਂਸਿਸ ਸਾਹਿਬ, ਕਿਉਂਕਿ ਲੋਕਾਂ ਨੂੰ ਯਾਦ ਨਾ ਰੱਖਿਆ ਜਾਏ ਕਿੰਨਾ ਦੀ ਸਟਰਗਲ ਹੋਵੇ। ਉਹਨਾਂ ਬੜੀ ਸਟਰੋਂਗ ਪ੍ਰੈਸ ਕਾਨਫਰੰਸ ਕੀਤੀ ਔਰ ਸਟਰੋਂਗ ਪ੍ਰੈਸ ਕਾਨਫਰੰਸ ਤੋਂ ਬਾਅਦ ਵਜ਼ੀਰੇ ਦਾਖਲਾ ਸਨ ਉਦੋਂ ਨਿਸਾਰ ਸਾਹਿਬ, ਉਹਨਾਂ ਨੂੰ ਪਹੁੰਚਣਾ ਪਿਆ, ਮਾਮਲਾਤ ਹੋਏ। ਫਿਰ ਉੱਥੇ ਸਾਰਿਆਂ ਤੋਂ ਵੱਡੀ ਇਹ ਗੱਲ ਸੀ ਕਿ ਤਾਰਕ ਸਾਹਿਬ ਉੱਥੇ ਬਰਨ ਯੂਨਿਟ ਕੋਈ ਨਹੀਂ ਸੀ, ਬੱਚੇ ਸਾਡਿਆਂ ਦੇ ਜ਼ਖਮ ਤੇ ਇਹ ਉਹ, ਤੇ ਉਹ ਬਰਨ ਯੂਨਿਟ ਲਈ ਪ੍ਰੈਸ ਕਾਨਫਰੰਸ ਕੀਤੀ ਔਰ ਫੌਰੀ ਸ਼ਿਫਟ ਕੀਤਾ ਉਹਨਾਂ ਨੂੰ ਪਿੰਮਸ 'ਚ। ਉਹ ਜਦੋਂ ਜੱਜਮੈਂਟ ਆ ਗਈ, ਬੜੀ ਸਟਰੋਂਗ ਜੱਜਮੈਂਟ ਆਈ, ਬਹੁਤ ਵੱਡੀ ਜੱਜਮੈਂਟ, ਲੈਂਡਮਾਰਕ ਜੱਜਮੈਂਟ ਆਈ। ਉਹਦੇ ਲਈ ਇੰਪਲੀਮੈਂਟ ਲਈ ਇੱਕ ਬੈਂਚ ਬਣਨਾ ਸੀ। ਤੇ ਪਿੰਡੇ ਦੇ ਦੋਸਤਾਂ ਨਾਲ ਵਾਅਦਾ ਕੀਤਾ ਸੀ ਅਸੀਂ ਤੁਹਾਨੂੰ ਵਕੀਲ ਦਾਂਗੇ। ਉਹ ਫਿਰ ਤਾਰਕ ਵਕੀਲ ਕੋਈ ਨਹੀਂ ਮਿਲਿਆ ਸਾਨੂੰ, ਤੇ ਠੰਡ ਬੜੀ ਤੇ ਪੌੜੀਆਂ ਤੇ ਹੀ ਬੈਠੇ ਰਹੋ, ਸਾਨੂੰ ਕਿਸੇ ਦਫ਼ਤਰ ਦਾ ਵੀ ਨਹੀਂ ਪਤਾ। ਇਹ ਲੱਲਾ ਜੀ ਤੁਹਾਡਾ ਪਹਿਲਾ ਐਨਕਾਊਂਟਰ ਹੈ ਸੁਪਰੀਮ ਕੋਰਟ ਦੇ ਵਿੱਚ? ਸੁਪਰੀਮ ਕੋਰਟ 'ਚ। ਹੁਣ ਉਹਦਾ ਨਾਂ ਕੀ ਸਾਨੂੰ ਪਤਾ ਵੀ ਨਹੀਂ। ਉਸ ਵਕਤ ਉਹਦਾ ਨਾਂ ਕੀ ਇਹ ਗਰੀਬ ਸਾਡੇ ਦੋਸਤ ਜਵੇਦ ਪਿਆਰਾ ਸਾਹਿਬ, ਬਹੁਤ ਵੱਡਾ ਕੰਟਰੀਬਿਊਸ਼ਨ ਸੀ ਉਹਨਾਂ ਦਾ। ਬੇਸ਼ੱਕ ਉਹਨਾਂ ਨੇ ਕੋਈ ਵਕੀਲ ਇੱਕ ਕੀਤਾ, ਲੇਕਿਨ ਉਹ ਫੀਸ ਨਾ ਹੋਣ ਦੀ ਵਜ੍ਹਾ ਤੋਂ ਮਸਲਾ ਹੱਲ ਨਾ ਹੋਇਆ। ਕਿ ਅੱਛਾ ਜੀ, ਕਦੋਂ ਅਸੀਂ ਵਾਈਂਡ ਅਪ ਹੋਇਆ ਤੇ ਹੁਣ ਅਸੀਂ ਪੌੜੀਆਂ 'ਚ ਬੈਠੇ ਤੇ ਠੰਡ ਬੜੀ। ਹੁਣ ਸਾਨੂੰ ਇਹ ਵੀ ਸਮਝ ਨਾ ਆਵੇ ਕਿ ਕਿਹੜੇ ਦਫ਼ਤਰ 'ਚ ਜਾਣਾ, ਕੀ ਕਰਨਾ ਹੈ। ਉੱਤੋਂ ਦਾ ਨਾਂ ਕੀ ਹੈ ਨਾ ਸੈਕਟਰੀ ਲਾ ਐਂਡ ਜਸਟਿਸ ਆਇਆ, ਡਾਕਟਰ ਰਹੀਮ ਅਵਾਨ। ਠੀਕ। ਮੈਂ ਕਿਹਾ ਯਾਰ ਤੁਸੀਂ ਸੁਬਾਹ ਦਾ ਮੈਂ ਦੇਖਿਆ ਹੈ, ਉਹ ਸਾਹਮਣੇ ਕੰਟੀਨ ਤੋਂ ਚਾਹ ਚੂਹ ਵੀ ਪੀ ਲਓ, ਕੁਝ ਖਾ ਪੀ ਲਓ, ਖੈਰ ਤੇ ਹੈਗੀ ਹੈ। ਮੈਂ ਜੀ ਸਾਡਾ ਕੇਸ ਹੀ ਹੈ ਤੇ ਉਹ ਵਕੀਲ ਹੋਣਾ ਸੀ, ਸਮਝ ਨਹੀਂ ਆਈ। ਕਹਿੰਦਾ ਸੋਮੋਟੋ ਹੈ। ਮੈਂ ਜੀ ਉਹਨਾਂ ਸੋਮੋਟੋ ਲਿਆ, ਉਹਨਾਂ ਕਿਹਾ ਆ ਜਾਓ। ਪਹਿਲੇ ਤਾਂ ਉਹਨੇ ਹੀਟਰ ਦੇ ਅੱਗੇ ਬਾਇਆ ਬੋਇਆ ਸਾਨੂੰ। ਓਕੇ। ਅਸੀਂ ਬੈਠੇ, ਉਹਨਾਂ ਕਿਹਾ ਜੀ ਨਾਂ ਨੂੰ ਦੱਸੇ। ਉਹਨਾਂ ਕਿਹਾ ਅੱਛਾ ਜੀ। ਉਹਨਾਂ ਕਹਿੰਦੇ ਚਾਹੁੰਦਾ ਨਾ ਕਿ ਇਹ ਵਕੀਲ ਦੀ ਜ਼ਰੂਰਤ ਨਹੀਂ ਹੈ ਸੋਮੋਟੋ 'ਚ ਨਾ। ਬਿਲਕੁਲ ਸਹੀ। ਤੁਸੀਂ ਇਨ ਪਰਸਨ ਪੇਸ਼ ਹੋ ਜਾਓ। ਉਹਨਾਂ ਸਰ ਜੀ ਫਿਰ ਸਾਨੂੰ CMA ਬਣਾ ਕੇ ਦਿੱਤੀ। ਉਹ ਫਿਰ ਅਸੀਂ ਉਹਦਾ ਨਾਂ ਕੀ ਚੱਕਦੇ ਗਏ। ਲੇਕਿਨ ਕਿਹੜਾ ਰਵੱਈਆ ਉੱਥੇ ਜੱਜ ਸਾਹਿਬ ਦਾ ਅਸੀਂ ਵੇਖਿਆ, ਤਸੱਦਕ ਹੁਸੈਨ ਜਲਾਨੀ ਸਾਹਿਬ ਦਾ। ਉਹ ਜਿਹੜੀ ਪਿਆਰ ਮੁਹੱਬਤ ਨਾਲ ਉਹ ਸਾਡੇ ਨਾਲ ਗੱਲਾਂ ਕਰਨ, ਕੈਸੇ ਹੁਆ ਹਮ ਬੜੇ, ਉਹ ਫਿਰ ਦੁਨੀਆ ਹੀ ਔਰ ਸੀ। ਉੱਥੋਂ ਫਿਰ ਸਰ ਉਹਦਾ ਨਾਂ ਕੀ ਗੱਲਾਂ ਖੋਲ੍ਹਦੀਆਂ ਫਿਰ ਅਸੀਂ ਨਿਡਰ ਹੋ ਗਏ। ਫਿਰ ਲੱਲਾ ਜਦੋਂ ਚੀਫ ਜਸਟਿਸ ਸਾਹਿਬ ਦੀ ਤੁਸੀਂ ਗੁਫ਼ਤਗੂ ਸੁਣੀ ਤੇ ਤੁਹਾਨੂੰ ਇੱਕ ਯਕੀਨ ਹੋ ਗਿਆ ਕਿ ਹੁਣ ਸਾਨੂੰ ਇਨਸਾਫ ਦੀ ਕਿਰਨ ਜਿਹੜੀ ਨਜ਼ਰ ਆ ਗਈ ਉਹਦੇ 'ਚ, ਕਿਉਂਕਿ ਬੜਾ ਸੀਨੀਅਰ ਬੈਂਚ ਸੀ, ਨਾਲ ਅਜ਼ਮਤ ਸਈਦ ਸਾਹਿਬ ਸਨ ਜੀ। ਤੇ ਅਸੀਂ ਆਖਿਆ ਕਿ ਹੁਣ ਉਹ ਹੀਅਰਿੰਗ 'ਚ ਹੋਈਆਂ, ਉਹਨਾਂ ਨੇ ਕਿਹਾ ਕਿ ਆਪਣੀਆਂ ਸਾਰੀਆਂ ਸ਼ਿਕਾਇਤ ਲਾਇਓ। ਅਸੀਂ ਕਿਉਂਕਿ ਉਹ ਚਰਚ ਦੇ ਗਿਰਦ ਘੁੰਮਣ ਡਏ ਸੀ, ਹਿੰਦੂ ਆਪਣੀਆਂ ਲੈ ਚਰਚ, ਲੇਕਿਨ ਅਸੀਂ ਉੱਥੇ ਵੈਸੇ ਚਰਚ ਨਾਕਾਮ ਹੀ ਰਿਹਾ। ਇੱਕ ਹੀ ਐਪਲੀਕੇਸ਼ਨ ਗਈ ਕਿ ਸਾਡੀਆਂ ਸ਼ਾਦੀਆਂ ਰਜਿਸਟਰ ਨਹੀਂ ਹੁੰਦੀਆਂ, ਉਹ ਅੱਜ ਤੱਕ ਨਹੀਂ ਹੋਈਆਂ। ਉਹ ਮਸਲਿਆਂ ਤੇ ਕਿਸੇ ਦਿਨ ਬੈਠਾਂਗੇ, ਵਿਜ਼ਨ ਨਹੀਂ ਹੈ ਨਾ ਸੀ ਗੱਲ ਕਰਾਂਗੇ। ਲੇਕਿਨ ਇਹ ਹਿੰਦੂ ਕਮਿਊਨਿਟੀ ਦੇ ਕਾਫੀ ਮਾਮਲਾਤ ਹੋਏ ਔਰ ਉਸ ਲੈਂਡਮਾਰਕ ਜੱਜਮੈਂਟ ਨੇ ਬੜੇ ਵੱਡੇ ਕੰਮ ਅੱਜ ਵੀ ਕਰ ਰਹੇ ਨੇ। ਬਿਲਾਸ਼ੁਬਾ ਵਨ ਮੈਨ ਕਮਿਸ਼ਨ ਡਿਵੈਲਪ ਹੋ ਗਿਆ, ਸੁਪਰੀਮ ਕੋਰਟ ਨੇ ਕਰ ਦਿੱਤਾ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਲੇਕਿਨ ਤਾਰਕ ਉਸ ਤੋਂ ਬਾਅਦ ਫਿਰ ਕੋਈ ਐਸਾ
ਨੋਟਿਸ ਨਹੀਂ ਕਿਹੜਾ ਫਿਰ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਉਹਦਾ ਨਾਂ ਕੀ ਹੈ, ਅਸੀਂ ਸੋ ਮੋਟੋ ਕਰਵਾ ਦਿੱਤਾ। ਮੈਨੂੰ ਅੱਜ ਵੀ ਯਾਦ ਹੈ, ਇੱਕ ਬਿਸ਼ਪ ਸਾਹਿਬ ਨੂੰ ਅਸੀਂ ਕਿਹਾ ਜੀ ਐਪਲੀਕੇਸ਼ਨ ਦੇਵੋ ਕੋਟ ਰਾਧਾ ਕ੍ਰਿਸ਼ਨ ਦੇ ਕੇਸ 'ਚ। ਉਹਨਾਂ ਬਕਾਇਦਾ ਤੌਰ ਤੇ ਕਹਿ ਦਿੱਤਾ ਯਾਰ ਮੈਂ ਕੋਈ ਹਿਊਮਨ ਰਾਈਟ ਦਾ ਬਿਸ਼ਪ ਤੇ ਨਹੀਂ ਹਾਂ। ਮੈਂ ਠੀਕ ਹੈ ਸਰ, ਹਾਂਜੀ ਮੈਨੂੰ ਅੱਜ ਵੀ ਯਾਦ ਹੈ। ਔਰ ਉਸ ਵਕਤ ਕਾਰਡੀਨਲ ਸਾਹਿਬ ਬਿਸ਼ਪ ਸਨ ਕਰਾਚੀ, ਖੁਦਾ ਉਹਨਾਂ ਨੂੰ ਜ਼ਿੰਦਗੀ ਦੇ ਜੋਜ਼ਫ ਕੋ, ਹਾਂਜੀ ਉਹਨਾਂ ਨੇ ਇੱਕ ਫਿਰ ਲੈਟਰ ਲਿਖਿਆ ਔਰ ਖੁਦਾ ਦਾ ਸ਼ੁਕਰ ਉਸ ਵਕਤ ਦੇ ਚੀਫ ਜਸਟਿਸ ਪਾਕਿਸਤਾਨ ਨਾਸਰ ਮੁਲਕ ਸਾਹਿਬ ਨੇ ਉਹਨੂੰ ਟੇਕਅਪ ਕੀਤਾ। ਬੇਸ਼ੱਕ। ਔਰ ਉਹ ਕੇਸ ਬੜਾ ਅੱਛਾ ਚੱਲਿਆ। ਜੋ ਸਾਡੀ ਮਨਸ਼ਾ ਸੀ ਉਹਦੇ ਮੁਤਾਬਕ ਫੈਸਲੇ ਵੀ ਆਏ, ਬੇਸ਼ੱਕ ਸਜ਼ਾਵਾਂ ਦੇ ਵੀ ਆਰਡਰ ਹੋਏ। ਲੇਕਿਨ ਤੁਸੀਂ ਸਮਝਦੇ ਹੋ ਕਿ ਫਿਰ ਸਾਡੇ ਹੀ ਆਪਣਿਆਂ ਨੇ ਫਿਰ ਆਪਣੇ ਹੀ ਗਿਰਾਤੇ ਹਨ ਨਸ਼ੇ ਮਨ ਪੇ ਵੀ, ਔਰ ਉਹਦੇ 'ਚ ਅਸੀਂ ਫਿਰ ਨਾਕਾਮ ਰਹੇ। ਬੇਸ਼ੱਕ। ਤੇ ਉਸ ਤੋਂ ਬਾਅਦ ਫਿਰ ਕਿਉਂਕਿ ਉਸ ਵਕਤ ਵਾਕਿਆ ਹੋ ਗਿਆ ਸੀ ਯੂਨਾਬਾਦ ਦਾ ਜੀ, ਔਰ ਉਸ ਵਕਤ ਜਸਟਿਸ ਜਮਾਲੀ ਸਾਹਿਬ ਨੇ ਫਿਰ ਉਹਦਾ ਨਾਂ ਕੀਏ ਕਿ ਉਹਨਾਂ ਨੇ ਕਿਹਾ ਕਿ ਟ੍ਰਾਇਲ ਡਿਸਟਰਬ ਨਾ ਹੋਏ। ਲੇਕਿਨ ਉਹ ਅੱਜ ਵੀ ਸੀ ਕਿ ਅਗਰ ਮਦਈ ਸਮਝਦਾ ਹੈ, ਮੈਂ ਜੀ ਕੋਈ ਅਨਕੰਡੀਸ਼ਨ ਤੇ ਕਰੋ ਨਾ, ਉਹਨਾਂ ਫਿਰ ਕੰਡੀਸ਼ਨ ਵਿੱਚ ਲਿਖੀ ਸੀ ਅਗਰ ਮਦਈ ਸਮਝਦਾ ਹੈ ਤਾਂ ਦੁਬਾਰਾ ਸੁਪਰੀਮ ਕੋਰਟ ਨੂੰ ਹਿੱਟ ਕਰ ਸਕਦਾ। ਮਤਲਬ ਵਨ ਵਿੰਡੋ ਓਪਨ ਰੱਖੀ ਉਹਨਾਂ, ਹਾਂਜੀ, ਕਿ ਬਈ ਤੁਹਾਨੂੰ ਕਿਸੇ ਵੇਲੇ ਵੀ ਅਗਰ ਇਨਸਾਫ ਤੁਸੀਂ ਸਮਝਦੇ ਸੀ ਕਿ ਤੁਹਾਡੇ ਵਾਸਤੇ ਇਨਸਾਫ ਨਹੀਂ ਹੋ ਰਿਹਾ ਤੇ ਤੁਸੀਂ ਇੱਥੇ ਆ ਕੇ ਦਰਵਾਜ਼ਾ ਖਟਖਟਾ ਸਕਦੇ ਜੀ। ਅੱਜ ਵੀ ਮੈਨੂੰ ਬੜਾ ਯਾਦ ਹੈ ਕਿ ਕਦੋਂ ਉਹਦਾ ਨਾਂ ਕੀ ਇਹ ਹੋਇਆ ਤੇ ਉਸ ਵਕਤ ਜਸਟਿਸ ਗੁਲਜ਼ਾਰ ਸਾਹਿਬ ਸੀ, ਉਹਨਾਂ ਨੇ ਫਿਰ ਬੜਾ ਪ੍ਰੈਸ਼ਰ ਡਿਵੈਲਪ ਕੀਤਾ ਕੰਪਨਸੇਸ਼ਨ ਦੇਣ ਵਾਸਤੇ ਯੂਨਾਬਾਦ ਵਾਲੇ ਲੋਕਾਂ ਨੂੰ ਔਰ ਇਹਨਾਂ ਨੇ। ਔਰ ਕਿਸਾ ਕੋਟੇ ਦਾ ਨਾਲ ਹੀ ਹੋ ਜਾਂਦਾ 17 'ਚ ਜੀ ਜੀ, ਤੇ ਉਹਦੇ 'ਚ ਕਿੰਨੀ ਸਟਰਗਲ ਤੁਸੀਂ ਕੀਤੀ, ਅਸੀਂ ਕੀਤੀ, ਲੇਕਿਨ ਉਹ ਤੁਹਾਨੂੰ ਪਤਾ ਡਿਪਟੀ ਕਮਿਸ਼ਨਰ ਪੈਸੇ ਨਾ ਦੇ ਸਕਿਆ ਤੇ ਉਹ ਫਿਰ ਇਸ ਵਾਸਤੇ ਫਿਰ ਸਾਕਮ ਸਾਰ ਸਾਹਿਬ ਨੇ ਨੋਟਿਸ ਲਿਆ ਔਰ ਬੜਾ ਤਰੀਖੀ ਨੋਟਿਸ ਸੀ ਉਹ। ਬੇਸ਼ੱਕ ਇਸ ਤੇ ਉਹਦੇ 'ਚ ਫਿਰ ਉਹਦਾ ਨਾਂ ਕੀ ਹੈ, ਇਹ ਵੀ ਫੈਸਲਾ ਆਇਆ ਸਾਨੂੰ ਮਸੀਹ ਲਿਖਿਆ ਪੜ੍ਹਿਆ ਜਾਏ। ਅਸੀਂ ਰਿਕੁਐਸਟ ਕੀਤੀ ਜਦ ਸਭ ਕਹਿੰਦੇ ਤੇ ਵੀ ਉਹਦਾ ਨਾਂ ਕੀ ਹੈ ਕੀਤਾ ਹੈ। ਲੇਕਿਨ ਮੈਂ ਸਮਝਣਾ ਹੈ ਕਿ ਨਾਸਰ ਮੁਲਕ ਸਾਹਿਬ ਨੇ ਉਸ ਜਜਮੈਂਟ ਤੇ ਬਹੁਤ ਜ਼ਿਆਦਾ ਬੜੀ ਕੰਪਰੀਹੈਂਸਿਵ ਹਾਂਜੀ ਔਰ ਡਿਟੇਲ ਚੀਜ਼ਾਂ ਨੇ ਕਿਹੜੀਆਂ ਹੋਈਆਂ ਨੇ ਉਹਦੇ 'ਚ। ਸਾਡਾ ਤਾਂ ਐਕਚੁਅਲੀ ਉਹਦਾ ਨਾਂ ਕੀ ਕੰਪਨਸੇਸ਼ਨ ਪ੍ਰੋਬਲਮ ਸੀ ਜੀ ਕਿ ਪਸ਼ਾਵਰ ਦੇ ਕਿਹੜੇ ਵਿਕਟਮ ਸਨ, ਕਿੰਨਾ ਵਾਸਤੇ ਪ੍ਰਾਈਮ ਮਿਨਿਸਟਰ ਨੇ ਔਰ CM KPK ਨੇ ਅਨਾਉਂਸਮੈਂਟ ਕੀਤੀ ਕਿ 10 ਕਰੋੜ ਔਰ 10 ਕਰੋੜ ਜੀ ਜੀ, ਔਰ ਇਹ ਬਾਅਦ 'ਚ ਇਹਨਾਂ ਨੇ ਦਿਨ ਤੋਂ ਇਨਕਾਰ ਕੀਤਾ, ਬਲਕਿ ਈਵਨ ਕਿ ਉਹਨਾਂ ਕਿਹਾ ਜੀ ਅਸੀਂ ਦੇ ਦਿੱਤੇ ਨੇ ਅਨਾਉਂਸਮੈਂਟ। ਲੇਕਿਨ ਖੁਦਾ ਦਾ ਸ਼ੁਕਰ ਹੈ ਕਿ ਅਸੀਂ ਉਹ ਕੇਸ ਜਿੱਤਿਆ, ਜਿਹੜਾ ਕਿ ਚਰਚ ਲੂਜ਼ ਕਰ ਗਿਆ ਸੀ। ਅਸੀਂ ਉਹ ਕੇਸ ਜਿੱਤਿਆ ਔਰ ਅੱਜ ਅਸੀਂ 2015 'ਚ 20 ਕਰੋੜ ਰੁਪਇਆ ਯਾਨੀ ਕਿ 10 ਕਰੋੜ ਰੁਪਇਆ ਫੈਡਰਲ ਗੌਰਨਮੈਂਟ ਦਾ, ਉਹ 10 ਬਾਈ ਅੱਛਾ ਉਹ ਉੱਥੇ ਘੱਲਿਆ। ਹੁਣ ਕਿਉਂਕਿ ਕਿਦੋਂ ਪੈਸੇ ਚਲੇ ਗਏ, ਹੁਣ ਅਸੀਂ ਕਹੀਏ ਜੀ ਡਿਵੈਲਪ ਕਰੋ, ਕਹਿਣ ਜੀ ਇਹ ਪੈਸੇ ਰੱਖਣੇ ਕਿੱਥੇ ਨੇ। ਸਾਡੇ ਕੋਲ ਤਾਂ ਉਹਦਾ ਨਾਂ ਕੀ ਇਹ ਅੰਡੋਲਮੈਂਟ ਫੰਡ ਦਾ ਕੋਈ ਹੈਡ ਹੀ ਨਹੀਂ ਹੈ। ਸਾਡੇ ਨਵੀਂ ਮੁਸੀਬਤ ਆ ਗਈ, ਲੇਕਿਨ ਥੈਂਕ ਗਾਡ ਕੇ ਪੈਸੇ ਫਿਰ PDM 'ਚ ਰੱਖ ਦਿੱਤੇ, ਡਿਜ਼ਾਸਟਰ ਮੈਨੇਜਮੈਂਟ 'ਚ ਰੱਖ ਦਿੱਤੇ। ਉਹ ਫਿਰ ਉਹਦਾ ਨਾਂ ਕੀ ਹੁਣ ਪੈਸੇ ਇਹਦੇ ਤੇ ਫਿਰ ਦੁਬਾਰਾ ਰਿਕੁਐਸਟ ਕੀਤੀ ਅਸੀਂ ਉਹਦਾ ਨਾਂ ਕੀ ਇਹ ਮੀਆਂ ਸਾਕਮ ਸਾਹਿਬ ਨੂੰ, ਉਹਨਾਂ ਫਿਰ ਇਹਨੂੰ ਟੇਕਅਪ ਕੀਤਾ। ਟੇਕਅਪ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਅੰਡੋਨਮੈਂਟ ਫੰਡ ਫਿਰ ਇਸਟੈਬਲਿਸ਼ ਕਰਵਾਇਆ, ਫਿਰ ਬਕਾਇਦਾ ਤੌਰ ਤੇ ਇਹਦੇ ਉੱਤੇ ਕਾਨੂੰਨ ਸਾਜ਼ੀ ਕਰਵਾਈ ਅਸੀਂ। ਬੇਸ਼ੱਕ ਰੀਹੈਬਿਲਿਟੇਸ਼ਨ ਟੈਰਰਿਸਟ ਐਕਟ ਬਣਾ ਦਿੱਤਾ ਫॉर ਮਿਨੋਰਿਟੀਜ਼। ਬਿਲਾਸ਼ੁਬਾ ਠੀਕ ਜੀ, ਇਹ ਬੜਾ ਵੱਡਾ ਸਟਾਂਸ ਸੀ ਕਿ ਇੱਕ ਕਾਨੂੰਨ ਸਾਜ਼ੀ ਜਿਹੜੀ ਹੈ ਉਹ ਕਰਵਾ ਦਿੱਤੀ ਕਿ ਇਹ ਮਿਨੋਰਿਟੀਜ਼ ਵਾਸਤੇ ਉਹਨਾਂ ਨੂੰ ਡਬਲ ਐਡਵਾਂਟੇਜ ਹੋਏਗਾ। ਐਕਟ ਦੇ ਤਹਿਤ ਕਿਹੜਾ KPK ਐਕਟ ਉਹਦੇ ਤਹਿਤ ਵੀ ਔਰ ਇੱਧਰੋਂ ਵੀ। ਲੇਕਿਨ ਬਦਕਿਸਮਤੀ ਇਹ ਹੋਈ ਕਿ ਕਿਹੜੀ ਯਾਨੀ ਕਿ ਬਿਊਰੋਕ੍ਰੇਸੀ ਹੈ ਉਹਨਾਂ ਨੇ ਔਰ ਬਾਕੀਆਂ ਨੇ ਮਿਲ ਕੇ ਅੱਜ ਉਹ ਪੈਸੇ ਜਿਹੜੇ ਨੇ KPK ਦੇ ਗੌਰਮੈਂਟ 'ਚ 30 ਕਰੋੜ ਰੁਪਇਆ ਹੋ ਗਏ, ਲੇਕਿਨ ਅੱਜ ਤੱਕ ਕਿਸੇ ਵਿਕਟਮ ਨੂੰ ਨਹੀਂ ਮਿਲ ਸਕੇ, ਅਸੀਂ ਡਿਲੀਵਰ ਨਹੀਂ ਕਰ ਸਕੇ। ਮੈਂ ਸਮਝਣਾ ਵਾ ਕਿ ਉੱਥੋਂ ਦੇ ਕਿਹੜੇ ਲੋਕ ਨੇ ਮਕਾਮੀ ਜਿਹੜੀ ਆਪਣਾ ਸੀ ਉਹ ਕੋਈ ਇਹਦੇ 'ਚ ਕੰਮ ਨਹੀਂ ਚਰਚ ਤੇ ਜਿਹੜੀ ਸੋਸ਼ਲ ਆਪਣੀ ਲੀਡਰਸ਼ਿਪ ਹੈ ਉਹਦੇ 'ਚ ਕੰਮ ਨਹੀਂ ਕਰ ਸਕੀ। ਉਹਨਾਂ ਨੇ ਸਾਡਾ ਤੇ ਕੰਮ ਸੀ ਨਾ ਇਹਦੇ ਤੇ ਉਹਦਾ ਨਾਂ ਕੀ ਹੈ ਅਸੀਂ ਪ੍ਰੈਸ ਕਾਨਫਰੰਸ ਜੋ ਵੀ ਕਰ ਸੀ, ਮੁਕੱਦਮਾ 15 'ਚ ਜਿੱਤ ਕੇ ਇਹਨਾਂ ਨੂੰ ਦੇ ਦਿੱਤਾ। 2 ਦਫਾ ਯਾਨੀ ਕਿ ਸੋ ਮੋਟੋ ਇਹਦੇ ਤੇ ਹੋਏ ਇਹਦੇ ਤੇ। ਫਿਰ ਆਖਰੀ ਜਿਹੜਾ ਫਿਰ ਉਹਦਾ ਨਾਂ ਕੀ ਇਹ ਕੰਮ ਇਹਨਾਂ ਨੂੰ ਫਰੇਮ ਫਿੱਟ ਕੀਤਾ ਉਹ ਜਸਟਿਸ ਗੁਲਜ਼ਾਰ ਸਾਹਿਬ ਨੇ ਕੀਤਾ। ਬੇਸ਼ੱਕ ਉਹਨਾਂ ਬੜਾ ਖਿੱਚ ਕੇ ਇਹਦੇ ਤੇ ਕੀਤਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਜਸਟਿਸ ਗੁਲਜ਼ਾਰ ਸਾਹਿਬ ਦਾ ਕਿ ਉਹਨਾਂ ਨੇ ਬੜੇ ਫੈਸਲੇ ਦਿੱਤੇ ਔਰ ਈਵਨ ਕਿ ਜੈਨ ਮੰਦਰ
ਜੀ ਇਸੇ ਤਰ੍ਹਾਂ ਹਾਂਜੀ ਉਹ ਉਹਨਾਂ ਨੇ ਸਾਡੀ ਪਟੀਸ਼ਨ ਤੇ ਕੀਤਾ ਵਾਲਮੀਕੀ ਮੰਦਿਰ। ਦੀ ਰੈਸਟੋਰੇਸ਼ਨ ਦਾ ਹਾਂਜੀ, ਤੁਸੀਂ ਉਹ- ਕੰਮ ਵੀ ਕਰਵਾਏ ਉੱਥੇ ਹਾਂਜੀ ਜਾ ਕੇ। ਬੜਾ ਖੂਬਸੂਰਤ ਹੁਣ ਡਿਜ਼ਾਈਨ ਹੋ ਰਿਹਾ ਉਹਦੇ ਮੁਤਾਬਕ ਬੜਾ ਯਾਨੀ ਕਿ ਬਣਾ ਦਿੱਤੇ ਉਹਨਾਂ ਨੇ। ਔਰ ਫਿਰ ਮਰੀ ਵਾਲਾ ਕਿਹੜਾ ਚਰਚ ਸੀ ਜੀ ਜੀ ਉਹਦੇ ਚ ਖੋਖਾ ਤੁਹਾਨੂੰ ਪਤਾ ਬਣਾ ਹਾਂਜੀ, ਦਿੱਤਾ ਹਾਂਜੀ। ਸੀ, ਉਹ ਵੀ ਉਹਨਾਂ ਦਾਬਾ ਮਾਰਿਆ ਬੜਾ, ਯਾਨੀ ਕਿ ਕੰਮ ਬਹੁਤ ਜ਼ਿਆਦਾ ਹੋਏ ਨੇ।